ਬਾਬਾ ਜੀ ਮੇਰੀ ਪਹਿਲੀ ਬੇਨਤੀ ਹੈ 2.5 ਘੰਟੇ ਲਗਾਤਾਰ ਸਿਮਰਨ 'ਤੇ ਨਹੀਂ ਬੈਠਿਆ ਜਾਂਦਾ। ਕਿ ਅਸੀਂ 2 ਵਾਰੀ ਸਿਮਰਨ 'ਤੇ ਬੈਠ ਸਕਦੇ ਹਾਂ 2.5 ਘੰਟੇ ਪੂਰੇ ਕਰਨ ਨਹੀਂ, ਵਾਸਤੇ? ਸ਼ੁਰੂ ਵਿੱਚ ਬੈਠ ਤਾਂ ਸਕਦੇ ਹੋ ਬੇਟਾ, ਮਗਰ ਕੋਸ਼ਿਸ਼ ਕਰੋ ਕਿ ਇਕੱਠਾ ਹੋ ਜਾਏ। ਠੀਕ ਹੈ ਨਾ? ਜਿੰਨਾ ਵੀ ਬੈਠ ਸਕਦੇ ਹੋ ਤਾਂ ਕੋਸ਼ਿਸ਼ ਕਰੋ ਕਿ ਹਰੇਕ ਮਹੀਨੇ 5 ਮਿੰਟ ਹੋਰ ਵਧਾ ਲਈਏ, 5 ਮਿੰਟ ਹੋਰ ਵਧਾ ਲਈਏ। ਉਹਦੇ ਨਾਲ ਫਿਰ ਆਹਿਸਤਾ ਆਹਿਸਤਾ ਆਦਤ ਵੀ ਪੈ ਜੂਗੀ ਔਰ ਵਕਤ ਵੀ ਆਪਣਾ ਪੂਰਾ ਹੋ ਜਾਊਗਾ ਬੇਟਾ। ਜੇ 2 ਘੰਟੇ ਮਤਲਬ ਲਗਾਤਾਰ ਸਿਮਰਨ 'ਤੇ ਬੈਠ ਜਾਂਦੇ ਹਾਂ, ਫਿਰ ਅੱਧਾ ਘੰਟਾ ਅਗਰ ਧੁੰਦ ਸੁਣਦੇ ਹਾਂ ਫਿਰ ਕੁਛ ਨਹੀਂ ਸੁਣਾਈ ਦਿੰਦਾ। ਨਹੀਂ ਬੇਟਾ, ਦੇਖੋ ਬੇਟਾ, ਧੁੰਨ ਆਂਦੀ ਜਾਂਦੀ ਨਹੀਂ ਗੀ, ਪ੍ਰਕਾਸ਼ ਆਂਦਾ ਜਾਂਦਾ ਨਹੀਂ, ਸਾਡਾ ਧਿਆਨ ਨਹੀਂ ਟਿਕਦਾ। ਅਸੀਂ ਸੋਚਦੇ ਹਾਂ ਕਿ ਆਂਦੀ ਜਾਂਦੀ ਹੈਗੀ ਹੈ, ਕਿਉਂਕਿ ਸਾਡਾ ਧਿਆਨ ਨਹੀਂ ਟਿਕਦਾ। ਧੁੰਨ ਤਾਂ ਉਸੇ ਲਹਿਜ਼ੇ ਵਿੱਚ, ਪ੍ਰਕਾਸ਼ ਉਸੇ ਤਰ੍ਹਾਂ ਪੂਰੀ ਤਰ੍ਹਾਂ ਸਾਡੇ ਵਿੱਚ ਹੈ ਬੇਟਾ, ਕਮੀ ਸਾਡੇ ਵਿੱਚ ਹੈ। ਸੋ ਇਸ ਕਰਕੇ ਸਾਨੂੰ ਦੱਸਿਆ ਗਿਆ ਭਜਨ ਸਿਮਰਨ ਕਰਕੇ ਕਿ ਮਨ ਨੂੰ ਟਿਕਾਈਏ। ਮਨ ਟਿਕੂਗਾ, ਫੋਕਸ ਕਰੂਗਾ, ਆਪਣੇ ਆਪ ਸੁਣਾਈ ਦੇਊਗੀ ਬੇਟਾ। ਬਾਬਾ ਜੀ ਦੂਸਰੀ ਬੇਨਤੀ ਇਹ ਆ ਵੀ ਜਦੋਂ ਆਪਾਂ ਕਿਸੇ ਦਾ ਕੁਝ ਕਰਨੇ ਆ ਉਹਦੇ ਨਾਲ ਆਪਣੇ ਕਰਮ ਬਣਦੇ ਆ, ਇਸ ਚੀਜ਼ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਨਹੀਂ ਬੇਟਾ, ਦੇਖੋ, ਹਰੇਕ ਕਦਮ ਦੇ ਨਾਲ ਕਰਨੀ ਹੋਊਗੀ ਔਰ ਹਰੇਕ ਕਰਨੀ ਦੇ ਨਾਲ ਕਰਮ ਬਣੂਗਾ ਬੇਟਾ। ਚੰਗਾ ਹੋਵੇ ਜਾਂ ਮਾੜਾ ਹੋਵੇ, ਹੋਊਗਾ ਤਾਂ ਕਰਮ ਨਾ। ਜੀ। ਅਸੀਂ ਉਹੋ ਜਿਹੀ ਅਵਸਥਾ ਬਣਾਉਣੀ ਹੈ ਕਿ ਜੋ ਵੀ ਕਦਮ ਉਠਾਈਏ ਉਹਦੇ ਵਿੱਚ ਗਿਣਤੀ ਨਾ ਲਿਆਈਏ। ਜੇ ਗਿਣਤੀ ਆ ਜਾਂਦੀ ਹੈ ਉੱਥੇ ਚੰਗਾ ਮਾੜਾ ਹੋ ਜਾਊਗਾ, ਡੈਬਿਟ ਕ੍ਰੈਡਿਟ ਹੋ ਜਾਊਗਾ। ਸੋ ਇਹ ਵੀ ਇੱਕ ਅਵਸਥਾ ਹੈ ਬੇਟਾ। ਹੁਣ ਜਿਵੇਂ ਮਾਂ ਬੱਚੇ ਨੂੰ ਪਿਆਰ ਕਰਦੀ ਹੈ, ਹਾਲਾਂਕਿ ਉੱਥੇ ਵੀ ਥੋੜਾ ਜਿਹਾ ਸਵਾਰਥ ਹੈ, ਮਗਰ ਜ਼ਿਆਦਾ ਤੌਰ ਉਹਨੂੰ ਇਹੀ ਹੁੰਦਾ ਹੈ, ਉਹਦੇ ਅੰਦਰੋਂ ਉਹ ਜਾਗਰਤਾ ਆਉਂਦੀ ਹੈ ਕਿ ਮੇਰਾ ਬੱਚਾ ਹੈ, ਮੈਂ ਇਹਦੇ ਵਾਸਤੇ ਸਾਰਾ ਕੁਝ ਕਰਨਾ ਹੈ। ਬਾਬਾ ਜੀ ਇਹ ਆਪਣੇ ਖੋਟੇ ਸਿੱਕੇ ਨੂੰ ਆਪਦੇ ਖਜ਼ਾਨੇ 'ਚ ਮੇਰਾ ਸਿੱਕਾ ਕੋਈ ਖੋਟਾ ਨਹੀਂਗਾ। ਕਾਬਲ ਬਣਾਇਆ। ਨਹੀਂ, ਮੇਰਾ ਕੋਈ ਖੋਟਾ ਨਹੀਂ, ਮੇਰੇ ਸੇਵਾਦਾਰਾਂ ਵਰਗਾ ਕੋਈ ਨਹੀਂਗਾ। ਬਾਬਾ ਜੀ ਸੱਚਾ ਅਤੇ ਸੁੱਚਾ ਅਤੇ ਨਿਸ਼ਕਾਮ ਸੇਵਾਦਾਰ ਕਿਵੇਂ ਬਣਿਆ ਜਾ ਸਕਦਾ ਅਤੇ ਉਹ ਕੌਣ ਹੋਊਗਾ? ਬੇਟਾ ਪਹਿਲਾਂ ਤਾਂ ਚੰਗੇ ਇਨਸਾਨ ਬਣੋ ਬੇਟਾ। ਚੰਗੇ ਇਨਸਾਨ ਹੋਵੋਗੇ, ਸਾਡੀ ਸੋਚ ਆਪਣੇ ਆਪ ਸਾਫ਼ ਸੁਥਰੀ ਹੋਊਗੀ, ਤਾਂ ਹੀ ਜੋ ਵੀ ਆਪਣਾ ਕਾਰਜ ਹੈ, ਜੋ ਵੀ ਆਪਣੀ ਕਰਨੀ ਹੈ, ਉਹ ਸਾਫ਼ ਸੁਥਰੀ ਹੋ ਜੂਗੀ ਬੇਟਾ, ਨਿਸ਼ਕਾਮ ਹੋ ਜੂਗੀ। ਦੇਖੋ ਬੇਟਾ, ਇਹ ਜਿਵੇਂ ਸਾਡਾ ਮਨ ਹੈ ਨਾ, ਉਹਨੂੰ ਪ੍ਰੋਗਰਾਮ ਜਿਹਾ ਕੀਤਾ ਕਰ ਗਿਆ ਕਿ ਹਰੇਕ ਚੀਜ਼ ਦੀ ਆਪਾਂ ਗਿਣਤੀ ਕਰਦੀ ਹੈ, ਮੇਰਾ ਫਾਇਦਾ ਕੀ ਹੈ, ਨੁਕਸਾਨ ਕੀ ਹੈ। ਸੋ ਜਦੋਂ ਤੋਂ ਆਪਾਂ ਸ਼ੁਰੂ ਹੋਏ ਹਾਂ ਉਦੋਂ ਤੋਂ ਹੀ ਇਹ ਸੋਚ ਬੈਠੀ ਹੋਈ ਹੈ। ਸੋ ਜਿਵੇਂ ਜਿਵੇਂ ਆਪਾਂ ਸੋਚ ਨੂੰ ਬਦਲਾਂਗੇ, ਉਹੋ ਜਿਹਾ ਕਰਾਂਗੇ, ਚੰਗੇ ਇਨਸਾਨ ਬਣਾਂਗੇ, ਆਪਣੇ ਆਪ ਉਹੋ ਜਿਹੀ ਅਵਸਥਾ ਬਣ ਜਾਊਗੀ। ਜੇ ਬਾਬਾ ਕਿਸੇ ਸੇਵਾਦਾਰ ਨੂੰ ਕੋਈ ਸੇਵਾ ਦਿੱਤੀ ਗਈ ਹੈ, ਉਹਨੇ ਆਪਣਾ ਪੂਰਾ ਜ਼ੋਰ ਲਾਇਆ ਬਟ ਉਹ ਸੇਵਾ ਕੰਪਲੀਟ ਨਹੀਂ ਹੋਈ, ਕੋਈ ਤੇ ਨਹੀਂ, ਕੰਮ ਤਾਂ ਕਦੇ ਵੀ ਕੰਪਲੀਟ ਨਹੀਂ ਹੋਣਾ ਬੇਟਾ। ਨਹੀਂ ਉਹ ਸੇਵਾ ਦਾ ਮੀਨਸ ਉਹਨੂੰ ਦਿੱਤੀ ਗਈ ਬਟ ਉਹ ਕੰਪਲੀਟ ਨਹੀਂ ਹੋਈ। ਹਾਂ, ਡਜ਼ਨ ਕੋਈ ਗੱਲ ਨਹੀਂ ਬੇਟਾ, ਆਪਣੇ ਵੱਲੋਂ ਮਿਹਨਤ ਕਰੋ ਜਿੰਨਾ ਹੁੰਦਾ ਹੈਗਾ, ਸਾਰੇ ਨਹੀਂ ਪੂਰਾ ਕਰ ਸਕਦੇ। ਨਾਲੇ ਬੇਟਾ ਸੇਵਾ ਤਾਂ ਕਦੇ ਮੁੱਕਣੀ ਨਹੀਂ ਗੀ, ਕਦੇ ਮੁੱਕ ਸਕਦੀ ਹੈ ਸੇਵਾ? ਤਾਂ ਫਿਰ ਆਪਾਂ ਆਪਣੇ ਵੱਲੋਂ ਝੂਠੇ ਨਹੀਂ ਪੈਣਾ, ਆਪਣੇ ਵੱਲੋਂ ਪੂਰੀ ਮਿਹਨਤ ਕਰੀਏ ਬੇਟਾ। ਤੇ ਬਾਬਾ ਜੀ ਦੂਜਾ ਕੁਐਸਚਨ ਹੈ ਕਿ ਮੈਂ ਆਪਣੀ ਸਟੱਡੀ ਨੂੰ ਪੂਰਾ ਪ੍ਰੋਪਰ ਟਾਈਮ ਨਹੀਂ ਦੇ ਸਕਦਾ ਤੇ ਘਰੋਂ ਫਿਰ ਗਾਲਾਂ ਪੈਂਦੀਆਂ ਜੇ ਪ੍ਰੋਪਰ ਟਾਈਮ ਨਾਲ। ਬਾਬਾ ਜੀ ਮਨ ਡਾਇਵਰਟ ਹੋ ਜਾਂਦਾ ਕਿਸੇ ਰੂਮ ਐਕਟੀਵਿਟੀ ਜਾਂ ਫਿਰ ਕੁਝ ਵੀ ਆਸੇ ਪਾਸੇ ਹੁੰਦਾ ਵੀ। ਬੇਟਾ ਦੇਖੋ ਬੇਟਾ, ਇਹੀ ਤਾਂ ਗੱਲ ਹੈ ਨਾ, ਹੁਣ ਜਦੋਂ ਪੜ੍ਹਾਈ ਦਾ ਵਕਤ ਹੈ ਸਾਡਾ ਧਿਆਨ ਦੂਜੇ ਪਾਸੇ ਜਾਂਦਾ ਹੈਗਾ। ਹੁਣ ਜੇ ਇਸ ਵਕਤ ਪੜ੍ਹਾਈ ਕਰਾਂਗੇ, ਚੰਗੀਆਂ ਨੌਕਰੀਆਂ ਮਿਲ ਜਾਣਗੀਆਂ, ਸਾਰੀ ਉਮਰ ਅਸੀਂ ਮੌਜ ਕਰਾਂਗੇ। ਹੁਣ ਜੇ ਅਣਗਹਿਲੀ ਕਰਤੀ, ਸਾਰੀ ਉਮਰ ਮੁਹਤਾਜ ਹੋ ਕੇ ਗੁਜ਼ਾਰਨੀ ਪਊਗੀ। ਸੋ ਬਿਹਤਰ ਇਹੀ ਹੈ ਕਿ ਥੋੜ੍ਹੀ ਜਿਹੀ ਕੁਰਬਾਨੀ ਦੇ ਕੇ ਆਪਣੇ ਆਪ ਨੂੰ ਮਨਾ ਕੇ ਪੜ੍ਹਾਈ 'ਚ ਧਿਆਨ ਲਗਾਓ। ਠੀਕ ਹੈ ਬਾਬਾ ਜੀ, ਸੇਵਾ ਤੇ ਭਜਨ ਸਿੰਘ ਦੀ ਬਖਸ਼ਿਸ਼ ਕਰਿਓ। ਸਰ ਪਹਿਲਾਂ ਮੇਰਾ ਕੁਐਸਚਨ ਰਿਗਾਰਡਿੰਗ ਪਰਮਾਰਥ ਹੈ ਤੇ ਜਿਸ ਟਾਈਮ ਆਪਾਂ ਭਜਨ ਦੇ ਉੱਤੇ ਬੈਠਦੇ ਹਾਂ ਤੇ ਉਸ ਟਾਈਮ ਇੱਥੇ ਤੱਕ ਦਾ ਪਾਸਾ ਸੁਣ ਹੋ ਜਾਂਦਾ, ਸਟਿਲ ਇੱਥੇ ਉੱਪਰ ਨਹੀਂ ਵਧਿਆ ਜਾਂਦਾ ਤੇ ਬਹੁਤ ਕੋਸ਼ਿਸ਼ ਕੀਤੀ ਹੈ, ਬਟ ਉਸ ਤੋਂ ਬਾਅਦ ਨੈਕਸਟ ਸਟੈਪ ਕੀ ਹੈ? ਸੋ ਪਲੀਜ਼ ਗਾਈਡ ਮੀ। ਨਹੀਂ ਬੇਟਾ, ਪਰਖ ਨਾ ਕਰੋ ਤੁਸੀਂ। ਦੇਖੋ, ਪਰਖ ਮਨ ਤੋਂ ਆਉਂਦੀ ਹੈ। ਜਦੋਂ ਪਰਖ ਕਰਦੇ ਹੋ, ਮਨ ਵਿੱਚ ਆ ਗਿਆ ਤਾਂ ਧਿਆਨ ਨੀਚੇ ਦੀ ਤਰਫ ਆਉਣਾ ਸ਼ੁਰੂ ਹੋ ਜਾਊਗਾ। ਆਪਾਂ ਬੇਟਾ ਕਿਤੇ ਨਹੀਂ ਪਹੁੰਚਣਾ। ਆਪਣੇ ਮਨ 'ਚ ਹੈ ਕਿ ਜੀ ਮੇਰਾ ਇੱਥੇ ਪਹੁੰਚ ਗਿਆ, ਕਿ ਇੱਥੇ ਪਹੁੰਚ ਗਿਆ, ਕਿ ਇੱਥੇ ਪਹੁੰਚ ਗਿਆ। ਆਪਾਂ ਨਹੀਂ ਕਿਤੇ ਪਹੁੰਚਣਾ, ਆਪਾਂ ਪਹੁੰਚੇ ਹੋਏ ਹਾਂ। ਠੀਕ ਹੈ ਨਾ? ਆਪਾਂ ਉਹਨੂੰ ਰਿਅਲਾਈਜ਼ ਕਰਨਾ ਹੈ। ਇਹ ਪਰਮਾਰਥ ਰਿਅਲਾਈਜ਼ੇਸ਼ਨ ਹੈ। ਠੀਕ ਹੈ, ਅਸੀਂ ਕਿਤੇ ਨਹੀਂ ਜਾਣਾ।
ਸਿਰਫ ਰਿਅਲਾਈਜ਼ ਕਰਨਾ ਹੈ। ਔਰ ਜੋ ਭਜਨ ਸਿਮਰਨ ਹੈ ਨਾ, ਉਸ ਅਵਸਥਾ ਨੂੰ ਰਿਅਲਾਈਜ਼ ਕਰਨ ਵਾਸਤੇ ਹੈ। ਜਿਵੇਂ ਜਿਵੇਂ ਟਿਕਾਊ ਮਿਲੂਗਾ ਨਾ, ਧਿਆਨ ਇੱਥੇ ਇਕੱਠਾ ਹੋਊਗਾ, ਆਹਿਸਤਾ ਆਹਿਸਤਾ ਆਪਣੇ ਆਪ ਤੁਹਾਨੂੰ ਸਾਰਾ ਕੁਝ ਮਹਿਸੂਸ ਹੋਊਗਾ। ਆਪਾਂ ਸਿਰਫ ਮਹਿਸੂਸ ਕਰਨਾ, ਕਿਤੇ ਨਹੀਂ ਜਾਣਾ। ਆਪਾਂ ਜਦੋਂ ਬੇਟਾ ਥੋੜ੍ਹਾ ਜਿਹਾ ਜ਼ੋਰ ਲਗਾਉਂਦੇ ਆ, ਟੈਂਸ ਕਰਦੇ ਆ ਨਾ, ਤਾਂ ਇਹ ਚੀਜ਼ਾਂ ਹੁੰਦੀਆਂ। ਤੁਸੀਂ ਭਜਨ ਸਿਮਰਨ 'ਚ ਬੈਠਦੇ, ਬੜੇ ਆਰਾਮ ਦੇ ਨਾਲ ਬਹਿ ਕੇ ਸਿਮਰਨ ਸ਼ੁਰੂ ਕਰੋ ਔਰ ਜਾਣ ਦਿਓ ਆਪਣੇ ਆਪ, ਬਾਕੀ ਸਾਰਾ ਕੁਝ ਉਹ ਕਰੋ। ਬਾਬਾ ਜੀ ਮੇਰਾ ਪ੍ਰਸ਼ਨ ਹੈ ਜੀ, ਕਈ ਵਾਰ ਆਪਾਂ ਜੀ ਮਨ ਵਿੱਚ ਡਰ ਬਹਿ ਜਾਂਦਾ ਬਾਬਾ ਜੀ, ਤੇ ਉਹ ਡਰ ਆਪਾਂ ਨੂੰ ਪਰੇਸ਼ਾਨ ਕਰਦਾ ਰਹਿੰਦਾ ਬਾਬਾ ਜੀ, ਤੇ ਮਤਲਬ ਆਪਾਂ ਜੀ ਉਸ ਡਰ ਨੂੰ ਕਿਵੇਂ ਖਤਮ ਕਰ ਸਕਦੇ ਹਾਂ ਜੀ? ਬੇਟਾ ਕੋਈ ਵੀ ਡਰ ਆਪਣੇ ਆਪ ਨਹੀਂ ਪੈਂਦਾ ਬੇਟਾ। ਆਪਾਂ ਕੋਈ ਗਲਤ ਕਦਮ ਚੁੱਕਿਆ ਹੋਊਗਾ, ਕੋਈ ਗਲਤ ਚੀਜ਼ ਸੋਚੀ ਹੋਊਗੀ, ਤਾਂ ਜਾ ਕੇ ਡਰ ਆਉਂਦਾ ਬੇਟਾ। ਸੋ ਇਸ ਕਰਕੇ ਬੇਟਾ ਡਰ ਪੈਦਾ ਵੀ ਆਪਾਂ ਹੀ ਕੀਤਾ ਤਾਂ ਦੂਰ ਵੀ ਆਪਾਂ ਹੀ ਕਰਨਾ ਬੇਟਾ। ਆਪਾਂ ਜਿਵੇਂ ਜਿਵੇਂ ਵਿਸ਼ਵਾਸ ਬਣਾਵਾਂਗੇ, ਉਹਦੇ ਭਾਣੇ ਵਿੱਚ ਰਹਿਣ ਦੀ ਕੋਸ਼ਿਸ਼ ਕਰਾਂਗੇ, ਤਾਂ ਇਹ ਡਰ ਖਤਮ ਹੋਣਗੇ ਆਪਣੇ। ਬਾਬਾ ਜੀ ਆਪਣੇ ਨਿਕੰਮੇ ਬੇਟੇ ਨੂੰ ਆਪਣੇ ਨਾਲ ਲਾ ਕੇ ਰੱਖਿਓ ਜੀ ਆਪਣੇ ਚਰਨਾਂ 'ਚ ਹਮੇਸ਼ਾ ਹੀ। ਕੋਈ ਨਿਕੰਮਾ ਨਹੀਂ, ਐਵੇਂ ਕਾਹਨੂੰ ਆਪਣੇ ਆਪ ਨੂੰ ਨੀਚੇ ਕਰਾਈ ਜਾਂਦੇ ਹੋ ਤੁਸੀਂ? ਹਾਂ, ਬਸ ਹੁਣ ਜਿਹੜਾ ਸੇਵਾ ਚਾਹੁੰਦਾ ਉਹ ਨਿਕੰਮਾ ਕਿਵੇਂ ਹੋ ਸਕਦਾ? ਬਾਬਾ ਜੀ ਮੇਰਾ ਸਵਾਲ ਇਹ ਹੈ ਕਿ ਜਿਹੜੀ ਜਿਵੇਂ ਕਿਹਾ ਜਾਂਦਾ ਹੈ ਕਿ ਨਾਮਦਾਨ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ, ਪਰ ਬਾਬਾ ਜੀ ਜਿਹੜੀ ਸੰਗਤ ਨੂੰ ਨਾਮਦਾਨ ਲੈਣ ਤੋਂ ਪਹਿਲਾਂ ਉਹਨਾਂ ਦੀ ਜ਼ਿੰਦਗੀ ਮੁੱਕ ਜਾਂਦੀ ਆ, ਪਰ ਉਹਨਾਂ ਨੇ ਤੁਹਾਨੂੰ ਆਪਣਾ ਮਾਲਕ ਮੰਨਿਆ ਹੋਇਆ ਸੀ, ਫਿਰ ਬਾਬਾ ਜੀ ਤੁਸੀਂ ਸਹਾਰਾ ਬਣੋਗੇ ਉਹਨਾਂ ਦਾ ਜੀ? ਬੇਟਾ ਰਿਸ਼ਤਾ ਤਾਂ ਜਿਸ ਦਿਨ ਆਪਾਂ ਵਿਸ਼ਵਾਸ ਜੋੜਦੇ ਹਾਂ, ਰਿਸ਼ਤਾ ਤਾਂ ਉਸ ਦਿਨ ਤੋਂ ਸ਼ੁਰੂ ਹੋ ਜਾਂਦਾ ਬੇਟਾ। ਸੋ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਬੇਟਾ, ਆਪਾਂ ਚੰਗੇ ਇਨਸਾਨ ਬਣਨਾ, ਆਪਣੇ ਆਪ ਨੂੰ ਉਹਦੇ ਨਾਲ ਜੋੜਨਾ, ਉਹਦਾ ਸ਼ੁਕਰ ਕਰਨਾ, ਫਿਰ ਉਹਦੀ ਜ਼ਿੰਮੇਵਾਰੀ ਹੈ। ਠੀਕ। ਬਾਬਾ ਜੀ ਰਾਜ ਸਵਾਮੀ ਜੀ, ਬਾਬਾ ਜੀ ਤੁਸੀਂ ਸ਼ੁਰੂਆਤ 'ਚ ਜੋ ਮੈਨੂੰ ਦਿੱਤਾ ਸੀ ਉਹ ਵਾਪਸ ਕਾਹਨੂੰ ਲੈ ਲਿਆ ਮੇਰੇ ਤੋਂ? ਹੈ ਤੁਸੀਂ ਸ਼ੁਰੂਆਤ 'ਚ ਜੋ ਮੈਨੂੰ ਦਿੱਤਾ ਸੀ ਉਹ ਵਾਪਸ ਕਾਹਨੂੰ ਲੈ ਲਿਆ? ਨਹੀਂ ਬੇਟਾ, ਮਾਲਿਕ ਕਦੇ ਕੋਈ ਚੀਜ਼ ਵਾਪਸ ਨਹੀਂ ਲੈਂਦਾ। ਉਹਦੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਬੇਟਾ। ਸਾਡਾ ਧਿਆਨ ਭਟਕ ਜਾਂਦਾ ਹੈ, ਸਾਡਾ ਧਿਆਨ ਦੂਜੇ ਪਾਸੇ ਹੋ ਜਾਂਦਾ ਹੈ। ਧਿਆਨ ਨੂੰ ਵਾਪਸ ਲਿਆਵਾਂਗੇ, ਉਸੇ ਚੀਜ਼ ਦਾ ਅਹਿਸਾਸ ਫਿਰ ਹੋ ਜਾਊਗਾ ਬੇਟਾ। ਬਾਬਾ ਜੀ ਬੇਟਾ ਬਾਪ ਤੋਂ ਕੁਝ ਵੀ ਮੰਗੇ, ਬਾਪ ਖੁਸ਼ੀ ਖੁਸ਼ੀ ਦੇ ਦਿੰਦਾ। ਅੱਜ ਮੈਂ ਮਾਫੀ ਮੰਗਣ ਆਇਆ, ਸਾਰੇ ਗੁਨਾਹਾਂ ਦੀ ਮਾਫੀ ਦੇ ਦਿਓ। ਨਹੀਂ ਬੇਟਾ, ਨਹੀਂ, ਕਾਹਨੂੰ ਐਂ ਕਰਦੇ ਹੋ ਤੁਸੀਂ? ਬੇਟਾ ਸੰਤ ਮਹਾਤਮਾ ਸਾਨੂੰ ਚੁੱਕਣ ਵਾਸਤੇ ਆਏ ਹੈ, ਸਾਨੂੰ ਨੀਚਾ ਦਿਖਾਉਣ ਵਾਸਤੇ ਨਹੀਂ ਆਏ। ਠੀਕ ਹੈ ਨਾ? ਇਸ ਕਰਕੇ ਸੱਚੀ ਮਾਫੀ ਸਿਰਫ ਲਫ਼ਜ਼ਾਂ ਦੇ ਨਾਲ ਨਹੀਂ, ਸੱਚੀ ਮਾਫੀ ਹੁੰਦੀ ਹੈ ਜਦੋਂ ਆਪਾਂ ਗਲਤੀ ਤੋਂ ਸਿੱਖ ਕੇ ਸਹੀ ਰਸਤਾ ਅਪਣਾਉਂਦੇ। ਸੋ ਇਹ ਸੋਚਣਾ ਕਿ ਜੀ ਸੰਗਤ ਵਿੱਚ ਉੱਠ ਕੇ ਮੈਂ ਮਾਫੀ ਮੰਗ ਲਈ ਜਾਂ ਮੈਂ ਆਪਣੇ ਆਪ ਨੂੰ ਨੀਚਾ ਕਰਤਾ, ਇਹ ਕੋਈ ਮਾਫੀ ਨਹੀਂ ਗੀ ਬੇਟਾ। ਇਹ ਸਿਰਫ ਮਨ ਦੀ ਤਸੱਲੀ ਹੈ, ਹੋਰ ਕੁਛ ਨਹੀਂ ਗਾ। ਸੱਚੀ ਮਾਫੀ ਤਾਂ ਆਪਣੇ ਰਸਤੇ ਨੂੰ ਸਹੀ ਕਰੋ ਔਰ ਸੱਚ ਦੇ ਨਾਲ ਜੋੜੋ, ਠੀਕ ਹੈ ਉਹ ਸੱਚੀ ਮਾਫੀ ਹੈ ਬੇਟਾ। ਤੇ ਬਾਬਾ ਜੀ ਮੈਂ ਪੱਕੀ ਸੇਵਾ ਲੈਣਾ ਚਾਹੁੰਦਾ ਬਿਆਸ। ਕੋਈ ਨਾ ਬੇਟਾ, ਪਹਿਲਾਂ ਪੈਰਾਂ ਦੇ ਉੱਤੇ ਖੜੇ ਹੋ, ਫਿਰ ਦੇਖੋ। ਥੈਂਕ ਯੂ ਬਾਬਾ ਜੀ, ਦਇਆ ਮੇਰ ਆਪਣਾ ਰੱਖਿਓ। Shukriya Baba ji for everything you have given to me. And my first question is it right to go abroad for higher education, or should be because I feel that if I go there, I'll be devoid of physical seva, which is essential for pursuing our spiritual journey. But I mean, in a manner, it is right that the education abroad after schooling, when you go towards college, is much better outside than out here. If you can afford it and you have the means, there is no harm in that, beta. There's a time for everything. ठीक है ना? Now, if our priorities are clear, and if in our mind we know that yes, I will not misuse what has been given to me, and I will be steadfast in taking this opportunity and using it to the best of my advantage, then you have your full life to do seva, beta. Baba ji, manu himmat baksho to deal with her sufferings, and thank you for everything. ਬੜੀ ਸੋਹਣੀ ਅੰਗਰੇਜ਼ੀ ਬੋਲਦੀ ਹੈ। ਬਾਬਾ ਜੀ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ, ਤੁਸੀਂ ਸਾਡੇ ਸੈਂਟਰ ਜਾ ਕੇ ਆਏ। ਬਾਬਾ ਜੀ ਮੇਰਾ ਕੁਐਸਚਨ ਇਹ ਹੈ ਕਿ
ਪਰਮਾਰਥ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ? ਸੇਵਾ ਤੋਂ ਇਲਾਵਾ ਆਪਾਂ ਤੁਹਾਡੇ ਪਿਆਰੇ ਬੱਚੇ ਬਣਨ ਲਈ ਕੀ ਕਰ ਸਕਦੇ ਹਾਂ ਜੀ? ਬੇਟਾ ਪਰਮਾਰਥ ਸਭ ਤੋਂ ਜ਼ਰੂਰੀ ਚੀਜ਼ ਪਿਆਰ ਹੀ ਹੈ ਬੇਟਾ। ਇਹ ਸਵਾਲ ਡਾਕਟਰ ਜੌਨਸਨ ਹੁੰਦੇ ਸੀ ਇੱਕ, ਉਹਨਾਂ ਨੇ ਵੱਡੇ ਮਹਾਰਾਜ ਜੀ ਤੋਂ ਪੁੱਛਿਆ ਸੀ, ਤਾਂ ਉਹਨੇ ਕਿਹਾ ਸੀ ਜੀ ਮੈਨੂੰ ਕਿੱਥੋਂ ਮਿਲੂਗਾ? ਉਹਨਾਂ ਨੇ ਕਿਹਾ ਮੈਂ ਦਿੰਦਾ। ਉਹਨਾਂ ਨੇ ਕਿਹਾ ਮੈਨੂੰ ਵੀ ਦੇ ਦਿਓ। ਸੋ ਵੱਡੇ ਮਹਾਰਾਜ ਜੀ ਨੇ ਸਮਝਾਇਆ ਸੀ ਕਿ ਜਿਵੇਂ ਆਪਾਂ ਨੌਕਰੀ ਕਰਦੇ ਹਾਂ ਉਹਦੇ ਏਵਜ਼ ਵਿੱਚ ਸਾਨੂੰ ਤਨਖਾਹ ਮਿਲਦੀ ਹੈ, ਤਾਂ ਜੇ ਭਜਨ ਸਿਮਰਨ ਕਰਾਂਗੇ ਉਹਦੇ ਏਵਜ਼ ਵਿੱਚ ਸਾਨੂੰ ਪਿਆਰ ਮਿਲੂਗਾ ਬੇਟਾ। ਸੋ ਸਭ ਤੋਂ ਜ਼ਰੂਰੀ ਚੀਜ਼ ਬੇਟਾ ਪਿਆਰ ਹੈ। ਤਾਂ ਜੇ ਆਪਣੇ ਅੰਦਰ ਉਹ ਪਿਆਰ ਹੋਊਗਾ ਮਾਲਿਕ ਵਾਸਤੇ, ਹਰ ਇੱਕ ਚੀਜ਼ ਆਪਾਂ ਉਹਦਾ ਭਾਣਾ ਮੰਨ ਕੇ ਉਹਦਾ ਸ਼ੁਕਰ ਕਰਾਂਗੇ, ਇਹੀ ਚੀਜ਼ ਚਾਹੀਦੀ ਹੈ ਆਪਾਂ। ਬਾਬਾ ਜੀ ਕਈ ਵਾਰ ਆਪਾਂ ਪਰਮਾਤਮਾ ਤੋਂ ਸਿੱਖਦੇ ਹਾਂ, ਕਈ ਵਾਰ ਬੋਲਣਾ ਪੈਂਦਾ, ਆਪਾਂ ਨੂੰ ਗੁੱਸਾ ਕਰਨਾ ਪੈਂਦਾ, ਕੰਟਰੋਲ 'ਚ ਨਹੀਂ ਹੁੰਦਾ ਕਈ ਵਾਰ। ਗੁੱਸਾ ਕਰ ਲਿਆ ਕਰੋ, ਪਰ ਹਾਂ ਸਾਰਿਆਂ ਦੀ ਮਦਦ ਕਰੋ ਬੇਟਾ। ਆਪਾਂ ਸੋਚਦੇ ਹਾਂ ਬੇਟਾ ਕਿਸੇ ਧਰਮ ਸਥਾਨ ਤੇ ਆ ਕੇ ਕੋਈ ਕੰਮ ਕਰਨਾ ਸੇਵਾ ਹੈ। ਸੇਵਾ ਜਿਹੜਾ ਤੁਸੀਂ ਕੰਮ ਨਿਸ਼ਕਾਮ ਹੋ ਕੇ ਕਰੋਗੇ, ਜਿੱਥੇ ਗਿਣਤੀ ਨਹੀਂ ਹੋਊਗੀ, ਭਾਵੇਂ ਘਰ ਦਾ ਕੰਮ ਕਾਜ ਹੈ, ਨੌਕਰੀ ਹੈ, ਦੁਕਾਨਦਾਰੀ ਹੈ, ਜੋ ਵੀ ਤੁਸੀਂ ਜਿੱਥੇ ਗਿਣਤੀ ਨਹੀਂ ਨਾ ਹੋਊਗੀ, ਉਹ ਤੁਹਾਡੀ ਨਿਸ਼ਕਾਮ ਸੇਵਾ ਹੋ ਚੁੱਕੀ ਬੇਟਾ। ਠੀਕ ਰਹਿ। ਫਸਟ ਆਫ ਆਲ ਬਾਬਾ ਜੀ ਸ਼ੁਕਰੀਆ, ਤੁਸੀਂ ਹਮੇਸ਼ਾ ਮੇਰੇ ਨਾਲ ਰਹਿੰਦੇ ਹੋ। ਬਾਬਾ ਜੀ ਜਿਹੜੇ ਸਾਡੇ ਪਰਸਨਲ ਰਿਲੇਸ਼ਨ ਹੁੰਦੇ ਆ ਐਜ਼ ਏ ਸੋਸਾਇਟੀ ਦੇ ਵਿੱਚ, ਔਰ ਉਹ ਆਪਾਂ ਨੂੰ ਬਾਰ-ਬਾਰ ਹਰਟ ਕਰਦੇ ਆ, ਤਾਂ ਫਿਰ ਅਸੀਂ ਉਹਨੂੰ ਆਪਣਾ ਕਰਮਾਂ ਦਾ ਫਲ ਸਮਝ ਕੇ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤਾਂ ਕੀ ਜੇ ਸਾਡੇ ਮਨ 'ਚ ਉਹਨਾਂ ਲਈ ਰਿਸਪੈਕਟ ਔਰ ਡਿਸਰਿਸਪੈਕਟ ਕੁਛ ਵੀ ਨਹੀਂ ਹੈ, ਇਹ ਸਾਡੇ ਕਰਮਾਂ ਦਾ ਨਵਾਂ ਪੜਾਅ ਬਣਦਾ ਜਾਂ ਫਿਰ ਪਾਪ ਹੈ? ਇਹ ਕੀ ਬਣਦਾ? ਨਹੀਂ ਬੇਟਾ, ਅਸੀਂ ਨਵਾਂ ਕਰਮ ਬਣਾ ਰਹੇ ਹਾਂ। ਨਹੀਂ, ਆਪਾਂ ਤਾਂ ਬੇਟਾ ਆਪਣੀ ਜ਼ਿੰਮੇਵਾਰੀ ਨਿਭਾਣੀ ਹੈ। ਠੀਕ ਹੈ, ਹੁਣ ਕਰਮਾਂ ਕਰਕੇ ਆਪਣੀ ਕਿਸਮਤ ਕਰਕੇ, ਕਿਸਮਤ ਕਰਮਾਂ ਨਾਲ ਹੀ ਬਣਦੀ ਹੈ। ਹੁਣ ਕਿਸਮਤ ਨੇ ਇੱਕ ਮੁਕਾਮ ਤੇ ਲਿਆ ਕੇ ਖੜਾ ਕਰਤਾ, ਹੁਣ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਣੀ ਹੈ। ਆਪਾਂ ਦੂਜਿਆਂ ਦੀ ਜ਼ਿੰਮੇਵਾਰੀਆਂ ਦਾ ਨਹੀਂ ਹਿਸਾਬ ਕਿਤਾਬ ਦੇਣਾ, ਆਪਣੀ ਦਾ ਦੇਣਾ। ਆਪਾਂ ਨਾ ਇਹੋ ਜਿਹੀ ਕੋਈ ਗੱਲ ਸੋਚੀਏ ਜਾਂ ਕਰੀਏ ਜਿਹਦੇ ਨਾਲ ਸਾਡੇ ਕਰਮ ਵਧਣਗੇ ਬੇਟਾ। ਹੁਣ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ, ਨਹੀਂ ਨਿਭਾਉਂਦੇ ਆ ਬੇਟਾ, ਉਹ ਬੋਝ ਉਹਨਾਂ ਨੂੰ ਚੁੱਕਣਾ ਪਊਗਾ। ਸੋ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਓ, ਤੁਸੀਂ ਸਾਰਿਆਂ ਦਾ ਭਲਾ ਮੰਗੋ, ਬਾਕੀ ਮਾਲਕ ਦੀ ਮੌਜ ਹੈ। ਬਾਬਾ ਜੀ ਹਮੇਸ਼ਾ ਮੇਰੇ ਨਾਲ ਐਵੇਂ ਕਦਮ ਕਦਮ ਤੇ ਨਾਲ ਚੱਲਣਾ, ਆਪਣੇ ਪਿਆਰ, ਸਿਮਰਨ ਔਰ ਸ਼ਬਦ ਦੀ ਦਇਆ ਬਖਸ਼ਣਾ। ਬਾਬਾ ਜੀ ਕਈ ਵਾਰ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਜਿੱਥੇ ਆਪਾਂ ਇਮੋਸ਼ਨ ਨਹੀਂ ਕੰਟਰੋਲ ਕਰ ਪਾਉਂਦੇ। ਬੇਟਾ ਇਹ ਠੀਕ ਹੈਗਾ ਕਿ ਆਪਾਂ ਸਾਰੇ ਇਮੋਸ਼ਨਲ ਹੋ ਜਾਂਦੇ ਹਾਂ, ਭਾਵੇਂ ਕੋਈ ਖੁਸ਼ੀ ਦੀ ਗੱਲ ਹੋਵੇ, ਭਾਵੇਂ ਕੋਈ ਗਮੀ ਦੀ ਗੱਲ ਹੋਵੇ, ਮਗਰ ਬੇਟਾ ਜੇ ਇਮੋਸ਼ਨ ਨੂੰ ਆਪਾਂ ਕੰਟਰੋਲ ਕਰਾਂਗੇ ਨਾ, ਉਹਨੂੰ ਚੈਨਲਾਈਜ਼ ਕਰਾਂਗੇ, ਉਹ ਡਿਵੋਸ਼ਨ ਬਣ ਜਾਊਗੀ। ਇਮੋਸ਼ਨ ਨੂੰ ਆਪਾਂ ਕੰਟਰੋਲ ਨਾ ਕਰ ਸਕੇ ਤਾਂ ਫਿਰ ਸਾਡਾ ਧਿਆਨ ਦੁਨੀਆ 'ਚ ਹੋਰ ਫੈਲਦਾ ਜਾਊਗਾ ਬੇਟਾ। ਤੇ ਕਈ ਵਾਰ ਸਟਰੋਂਗ ਵੀ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦੇ? ਬੇਟੀਆਂ ਤਾਂ ਮੇਰੀਆਂ ਪੂਰੀਆਂ ਸਟਰੋਂਗ ਹੋਣੀਆਂ ਚਾਹੀਦੀਆਂ ਬੇਟਾ। ਹੈਂ, ਜਲਦਬਾਜ਼ੀ ਨਾ ਕਰੀਏ। ਜਿਵੇਂ ਜਿਵੇਂ ਬੇਟਾ ਵਕਤ ਆਊਗਾ, ਆਪਣੇ ਆਪ ਮਾਲਕ ਦੀ ਬਖਸ਼ਿਸ਼ ਹੋਊਗੀ, ਆਪਾਂ ਹਰ ਇੱਕ ਚੀਜ਼ ਦਾ ਸਾਹਮਣਾ ਕਰ ਸਕਾਂਗੇ। ਬਾਬਾ ਜੀ ਆਪ ਦੀ ਦਇਆ ਮਿਹਰ ਦੇ ਨਾਲ ਮੈਂ ਭਜਨ ਸਿਮਰਨ ਤੇ ਸੇਵਾ ਨੂੰ ਪੂਰਾ ਵਕਤ ਦੇਣਾ ਹੈ, ਪਰ ਮੇਰੀ ਡਿਸਕ ਪ੍ਰੋਬਲਮ ਕਰਕੇ ਮੈਂ ਲਗਾਤਾਰ ਮਤਲਬ ਕਿ ਭਜਨ ਸਿਮਰਨ 2.5 ਘੰਟੇ ਨਹੀਂ ਕਰ ਸਕਦਾ। ਰਸਤੇ ਵਿੱਚ ਮੈਂ ਆਪਣਾ ਆਸਨ ਚੇਂਜ ਕਰ ਲੈਣਾ, ਕਿਆ ਮੈਂ ਕਰ ਸਕਦਾ? ਹਾਂ ਬੇਟਾ, ਦੇਖੋ ਮਾਲਿਕ ਨੂੰ ਪਤਾ ਹੈ ਆਪਣੀ ਅਵਸਥਾ ਦਾ, ਉਹਨੇ ਆਪਣੀ ਕੋਸ਼ਿਸ਼ ਦੇਖਣੀ ਹੈ। ਜੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਬੇਟਾ, ਬਾਕੀ ਆਪਣੇ ਆਪ ਕਰਵਾਊਗਾ। ਸ਼ਬਦ ਦੀ ਜਦੋਂ ਆਵਾਜ਼ ਇੱਥੇ ਆਉਂਦੀ ਹੈ ਨਾ ਜੀ, ਇਤਨੀ ਜ਼ੋਰ ਦੀ ਹੁੰਦੀ ਕਿ ਬਰਦਾਸ਼ਤ ਨਹੀਂ ਹੁੰਦੀ, ਫਿਰ ਤੁਹਾਨੂੰ ਥੱਲੇ ਡਿੱਗ ਜਾਂਦੀ ਹੈ। ਨਹੀਂ, ਇਹੀ ਤਾਂ ਗੱਲ ਹੈ ਨਾ। ਆਪਾਂ ਇਸੇ ਕਰਕੇ ਜਲਦਬਾਜ਼ੀ ਕਰਦੇ ਹਾਂ। ਅਸੀਂ ਕਹਿੰਦੇ ਹਾਂ ਸਾਨੂੰ ਹੁਣੇ ਮਿਲ ਜੇ ਸਾਰਾ ਕੁਝ, ਆਪਣਾ ਹਾਜ਼ਮਾ ਹਲੇ ਹੁੰਦਾ ਨਹੀਂਗਾ। ਹੁਣ ਆਪਾਂ ਜੇ ਸੋਚੀਏ ਕਿ ਛੋਟੇ ਬੱਚੇ ਨੂੰ ਸ਼ੁਰੂ ਤੋਂ ਹੀ ਰੋਟੀ ਖਵਾਉਣੀ ਸ਼ੁਰੂ ਕਰ ਦਈਏ ਤਾਂ ਛੇਤੀ ਵੱਡਾ ਹੋ ਜਾਊਗਾ, ਉਹਦਾ ਹਾਜ਼ਮਾ ਹੀ ਨਹੀਂਗਾ ਬੇਟਾ। ਇਸ ਕਰਕੇ ਆਪਾਂ ਹੌਲੀ ਹੌਲੀ ਪਹਿਲਾਂ ਉਹਨੂੰ ਲਿਕੁਇਡ ਡਾਇਟ ਦਿੰਦੇ ਹਾਂ, ਫਿਰ ਸੈਮੀ ਸੋਲਿਡ ਦਿੰਦੇ ਹਾਂ, ਫਿਰ ਕਿਤੇ ਜਾ ਕੇ ਰੋਟੀ ਖਾਣ ਨੂੰ ਦਿੰਦੇ ਹਾਂ ਨਾ।
ਤਾਂ ਉਸੇ ਕਰਕੇ ਆਪਾਂ ਤਾਂ ਉਹਦੇ ਭਾਣੇ 'ਚ ਰਹਿਣਾ ਬੇਟਾ। ਜੇ ਉਹਦੇ ਭਾਣੇ 'ਚ ਰਵਾਂਗੇ ਆਪਾਂ ਨਹੀਂ ਮੰਗਣਾ ਕੁਛ। ਜਦੋਂ ਉਹ ਠੀਕ ਸਮਝੂਗਾ ਆਪਣੇ ਆਪ ਦੇਊਗਾ। ਆਪਾਂ ਤਾਂ ਹੁਕਮ ਵਿੱਚ ਰਹਿ ਕੇ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ। ਸਰ ਲਾਸਟ ਕੁਐਸਚਨ ਹੈ ਜੀ ਕਿ ਮੀਆਂ ਬੀਵੀ ਦੋਨੋਂ ਸੇਵਾ ਤੇ ਆਉਂਦੇ ਹੁੰਦੇ ਸੀ, ਪਰ ਨੂੰਹ ਰਾਣੀ ਦੀ ਡੈਥ ਕਰਕੇ ਮੈਡਮ ਆ ਨਹੀਂ ਸਕਦੀ। ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ ਪਰ ਪਰੇਸ਼ਾਨ ਰਹਿੰਦੀ ਹੈ, ਤੇ ਉੱਤੇ ਦਇਆ ਮਿਹਰ ਕਰੋ ਤੇ ਉਹ ਤੇ ਮੇਰੇ ਬੇਟੇ ਤੇ ਵੀ ਨਾਮਦਾਨ ਦੀ ਬਖਸ਼ਿਸ਼ ਕਰੋ, ਉਹ ਪਿੱਛੇ ਰਹਿ ਗਏ ਸਰ। ਬਾਬਾ ਜੀ ਤੁਹਾਡੀ ਦਇਆ ਦਾ ਕੋਈ ਅੰਤ ਨਹੀਂ ਜੀ, ਬਹੁਤ ਕੁਝ ਦਿੱਤਾ ਜੀ ਲੋੜ ਤੋਂ ਵੱਧ ਜੀ। ਬਾਕੀ ਇੱਕ ਦਇਆ ਹੋਰ ਕਰਨੀ ਜੀ, ਅੰਦਰ ਦਰਸ਼ਨ ਦੇ ਕੇ ਨਿਹਾਲ ਕਰ ਦਿਓ ਜੀ। ਬੇਟਾ ਮੈਂ ਪਹਿਲਾਂ ਬੇਨਤੀ ਕੀਤੀ ਨਾ, ਸਾਨੂੰ ਹਾਜ਼ਮਾ ਚਾਹੀਦਾ ਬੇਟਾ। ਅਸੀਂ ਸਾਰਾ ਕੁਛ ਨਾ ਸਤਸੰਗਾਂ 'ਚ ਸੁਣਦੇ ਹਾਂ, ਕਿਤਾਬਾਂ ਵਿੱਚ ਪੜ੍ਹਦੇ ਹਾਂ, ਅਸੀਂ ਮੰਗਣਾ ਸ਼ੁਰੂ ਕਰ ਦਿੰਦੇ ਹਾਂ। ਪਰ ਜਿੰਨਾ ਚਿਰ ਬਰਦਾਸ਼ਤ ਦਾ ਮਾਦਾ ਨਹੀਂ ਹੋਊਗਾ ਬੇਟਾ, ਆਪਾਂ ਕਿਵੇਂ ਸੰਭਾਲ ਪਾਵਾਂਗੇ? ਸੋ ਜਿੰਨਾ ਚਿਰ ਸਾਡੇ ਅੰਦਰ ਕਦਰ ਨਹੀਂ ਗੀ, ਆਪਾਂ ਨਹੀਂ, ਸਾਨੂੰ ਨਹੀਂ ਪਤਾ। ਜਦੋਂ ਉਹ ਸਮਝੂਗਾ ਬੇਟਾ ਜੋ ਤੁਹਾਡੇ ਹੱਕ ਦੀ ਚੀਜ਼ ਹੈ ਤੁਹਾਨੂੰ ਮਿਲਣੀ ਹੈ, ਕਿਸੇ ਹੋਰ ਨੂੰ ਨਹੀਂ ਮਿਲਣੀ। ਠੀਕ ਹੈ ਬਾਬਾ। ਸੋ ਇਸ ਕਰਕੇ ਆਪਾਂ ਤਾਂ ਉਹਦੇ ਉੱਤੇ ਛੱਡ ਦਈਏ ਕਿ ਜਦੋਂ ਉਹ ਸੋਚੇ ਕਿ ਅਸੀਂ ਕਦਰ ਕਰਾਂਗੇ, ਸੰਭਾਲ ਸਕਾਂਗੇ, ਆਪਣੇ ਆਪ ਤੇ ਆਊਗਾ ਬੇਟਾ, ਕਿਉਂ ਨਹੀਂ ਦੇਊਗਾ। ਠੀਕ ਰਾਦਾਸ। ਬਾਬਾ ਜੀ ਮੇਰੇ ਹਸਬੰਡ ਮਰਨ ਤੋਂ ਬਾਅਦ ਨਾ ਤੁਹਾਡੇ ਸੰਗਤ ਨੇ ਮੈਨੂੰ ਇੰਨਾ ਪਿਆਰ ਦਿੱਤਾ, ਇੰਨੀ ਤਾਂ ਮੇਰੀ ਮਾਂ ਨੇ ਪਿਆਰ ਨਹੀਂ ਦਿੱਤਾ। ਬਾਬਾ ਜੀ 2 ਬੇਟੇ ਤੁਸੀਂ ਮੈਨੂੰ ਦਿੱਤੇ, ਰਾਮ ਲਕਸ਼ਮਣ ਵਾਲੇ। ਮੇਰੇ ਪਿਤਾ ਮਰਨ ਤੋਂ ਬਾਅਦ ਮੇਰੀਆਂ ਬਾਹਾਂ ਬਣ ਕੇ ਖੜੇ, ਸੇਵਾ ਦਿਨ ਰਾਤ ਕਰਦੇ ਆ। ਮੈਨੂੰ ਸੇਵਾ ਪੁਲਿਸ ਸਪੈਸ਼ਲ ਭੇਜਿਆ, ਹਾਲਾਂਕਿ ਦੋਨੋਂ ਇਕੱਲੇ ਆ, ਪਰ ਜਦੋਂ ਮੈਂ ਘਰੇ ਜਾਂਦੀ ਹਾਂ ਤਾਂ ਮੈਨੂੰ ਕਹਿੰਦੇ ਆ ਮੰਮੀ ਸਾਡੇ ਕੋਲ ਤਾਂ ਬਾਬਾ 24 ਘੰਟੇ ਰਹਿੰਦੇ, ਸਾਨੂੰ ਆਪ ਭੇਜਦੇ, ਸਾਨੂੰ ਆਪ ਭੇਜਦੇ ਬਾਬਾ ਜੀ। ਬਸ ਇਹ ਹੱਥ ਰੱਖੇ ਰੱਖਣਾ। ਇੱਕ ਬਾਬਾ ਜੀ ਭਜਨ ਸਿਮਰਨ ਤੇ 2-2.5 ਘੰਟੇ ਬੈਠਦੀ ਹਾਂ ਮੈਂ ਚਾਹੁੰਦੀ ਹਾਂ, ਮੇਰੀ ਅੰਦਰ ਆਤਮਾ ਕਹਿੰਦੀ ਹੈ ਮੈਂ ਅੱਗੇ ਜਾਣਾ ਚਾਹੁੰਦੀ, ਮੈਨੂੰ ਇੰਨੀ ਹਿੰਮਤ ਬਖਸ਼ੋ, ਜੋ ਮੈਂ ਦੇਖਣਾ ਚਾਹੁੰਦੀ ਮੈਨੂੰ ਦਿਖਾ ਦਿਓ। ਮੈਨੂੰ ਸ਼ੌਂਕ ਹੈ ਅੰਦਰੋਂ। ਤੁਸੀਂ 3 ਵਜੇ ਬਾਬਾ ਜੀ ਮੈਨੂੰ ਠਾਣ ਆਉਂਦੇ, ਸਪੈਸ਼ਲ ਬਿਨਾਂ ਕਿਸੇ ਘੰਟੀ ਤੋਂ ਠਾਣ ਆਉਂਦੇ। ਬੇਟਾ ਮੈਂ ਬੇਨਤੀ ਕੀਤੀ ਨਾ ਕਿ ਆਪਾਂ ਨੂੰ ਨਹੀਂ ਮੰਗਣਾ ਚਾਹੀਦਾ ਬੇਟਾ। ਹਰੇਕ ਜਾਣਾ ਆਪਣੇ ਹੱਕ ਦੀ ਦੌਲਤ ਨਾਲ ਲੈ ਕੇ ਆਇਆ, ਉਹ ਤੁਹਾਨੂੰ ਹੀ ਮਿਲੂਗੀ, ਕਿਸੇ ਹੋਰ ਨੂੰ ਨਹੀਂ ਮਿਲਣੀ। ਆਪਾਂ ਜਲਦਬਾਜ਼ੀ ਨਾ ਕਰੀਏ ਬੇਟਾ। ਜਲਦਬਾਜ਼ੀ ਕਰਾਂਗੇ, ਸੰਭਾਲੀ ਨਾ ਗਈ ਤਾਂ ਫਿਰ ਨੁਕਸਾਨ ਸਾਡਾ ਹੋਊਗਾ ਬੇਟਾ। ਸੋ ਇਸ ਕਰਕੇ ਜਦੋਂ ਉਹ ਠੀਕ ਸਮਝੂਗਾ ਆਪਣੇ ਆਪ ਦੇਊਗਾ। ਆਪਾਂ ਤਾਂ ਬਸ ਹੁਕਮ ਵਿੱਚ ਰਹਿ ਕੇ ਭਜਨ ਸਿਮਰਨ ਕਰਨਾ, ਮਹਾਰਾਜ ਜੀ ਦਾ ਹੁਕਮ ਮੰਨ ਕੇ। ਹੁਕਮ ਮੰਨੀਏ ਪਾਈਏ। ਬਾਬਾ ਜੀ ਇੱਕ ਨਾ ਆਪਣੀ ਸੰਗਤ ਦੀ ਸੇਵਾ 'ਚ ਬਸ ਲਾਈ ਰੱਖੋ। ਪਤਾ ਨਹੀਂ ਕੀ ਹੋ ਗਿਆ ਬਾਬਾ ਜੀ, ਇਹ 2 ਸਾਲਾਂ 'ਚ ਮੈਨੂੰ ਖੁਦ ਆਪਣੀ ਪਹਿਚਾਣ ਭੁੱਲ ਚੁੱਕੀ ਹੈ। ਇਸ ਟਾਈਮ ਮੈਂ ਸਪਨਾ ਕੀ ਹੈ ਮੈਨੂੰ ਕੁਝ ਨਹੀਂ ਯਾਦ। ਇਸ ਟਾਈਮ ਮੈਨੂੰ ਸੰਗਤ ਦੀ ਸੇਵਾ ਦਿੰਦੇ ਹੀ ਰਹੋ ਬਸ। ਤੁਹਾਡੀ ਸੰਗਤ ਮੈਨੂੰ ਇੰਨਾ ਪਿਆਰ ਦਿੰਦੀ ਬਾਬਾ ਜੀ, ਜਿਹੜਾ ਮੇਰੇ ਦੁੱਖ ਆਇਆ ਨਾ, ਮੈਨੂੰ ਕੁਛ ਨਹੀਂ ਯਾਦ। ਚੰਗੀ ਗੱਲ ਹੈ ਬੇਟਾ, ਕੁਛ ਨਹੀਂ ਯਾਦ, ਇੰਨਾ ਪਿਆਰ ਦੇ ਰਹੀ ਹੈ। ਇਹੋ ਜਿਹੀ ਤਾਂ ਅਵਸਥਾ ਬਣਨੀ ਚਾਹੀਦੀ ਹੈ ਬੇਟਾ ਕਿ ਆਪਾਂ। ਬਾਬਾ ਜੀ ਮੈਂ ਬਿਆਨ ਨਹੀਂ ਕਰ ਸਕਦੀ ਜਿੰਨਾ ਮੈਨੂੰ ਪਿਆਰ ਤੁਹਾਡੀ ਸੰਗਤ ਦੇ ਰਹੀ ਹੈ ਇਸ ਟਾਈਮ, ਬਹੁਤ ਜ਼ਿਆਦਾ। ਖੁਸ਼ਕਿਸਮਤ ਹੋ ਬਾਬਾ ਜੀ, ਦੀਦੀਆਂ ਇੰਨਾ ਪਿਆਰ ਕਰਦੀਆਂ ਮੈਨੂੰ, ਇੰਨੀ ਲਾਈਨ ਸਮਝਾਉਂਦੀਆਂ, ਨਿੱਕੀ ਨਿੱਕੀ ਗੱਲ ਉਹ ਤਾਂ ਮਾਂ ਵੀ ਨਹੀਂ ਸਮਝਾ ਸਕਦੀ ਸੀ। ਪਤਾ ਨਹੀਂ ਮੈਨੂੰ ਮੇਰੇ ਕਰਮ ਹੀ ਖਰਾਬ। ਪਰ ਇਸ ਟਾਈਮ ਜੋ ਮੈਨੂੰ ਦੀਦੀ ਸਮਝਾ ਰਹੇ ਹੈ ਨਾ ਸਾਡੇ ਸੈਂਟਰ ਦੇ, ਮੈਂ ਕਹਿੰਦੀ ਹਾਂ ਮੇਰੇ ਲਈ ਇੱਕ ਨਵੀਂ ਦੁਨੀਆ। ਮੇਰੇ ਬੇਟੇ ਨੇ ਤੁਹਾਡੇ ਡੇਰੇ ਦਾ ਨਾਮ ਪਿਆਰ ਦੀ ਦੁਨੀਆ ਰੱਖਿਆ ਨਾਮ। ਬਾਬਾ ਜੀ ਮੈਂ ਭੁੱਲਣਹਾਰ ਹਾਂ, ਮੈਨੂੰ ਬਖਸ਼ ਲਓ ਬਾਬਾ ਜੀ। ਥੈਂਕ ਯੂ ਬਾਬਾ ਜੀ ਮੈਨੂੰ ਸਭ ਕੁਝ ਦੇਣ ਲਈ। ਬਾਬਾ ਜੀ ਮੇਰਾ ਕੁਐਸਚਨ ਹੈ ਕਿ ਸਾਨੂੰ ਸਾਡੇ ਫਿਊਚਰ ਦਾ ਕੁਝ ਵੀ ਨਹੀਂ ਪਤਾ ਹੁੰਦਾ, ਬਟ ਫਿਰ ਵੀ ਸੋਚ ਕੇ ਇੰਨਾ ਡਿਪਰੈਸਡ ਰਹਿੰਦੀ ਹਾਂ। ਬਟ ਫਿਰ ਸੋਚਦੀ ਹਾਂ ਕਿ ਸਭ ਕੁਝ ਤੁਹਾਡੇ ਹਵਾਲੇ ਕਰ ਦਿੱਤਾ, ਬਟ ਫਿਰ ਵੀ ਪੋਜ਼ਿਟਿਵ ਹੋਣਾ ਚਾਹੁੰਦੀ ਹਾਂ, ਬਟ ਫਿਰ ਵੀ ਨੈਗੇਟਿਵ ਹੋ ਜਾਂਦੀ ਹਾਂ ਬਾਬਾ ਜੀ। ਬੇਟਾ ਜਿਸ ਚੀਜ਼ ਦਾ ਆਪਾਂ ਨੂੰ ਪਤਾ ਹੀ ਨਹੀਂ, ਉਹਨੂੰ ਲੈ ਕੇ ਡਿਪਰੈਸ਼ਨ ਕਿਉਂ ਹੁੰਦਾ ਹੈ ਸਾਨੂੰ? ਜੇ ਕਿਸੇ ਚੀਜ਼ ਦਾ ਪਤਾ ਹੈ ਕਿ ਜੀ ਦੁੱਖ ਆਊਗਾ ਤਾਂ ਤੁਸੀਂ ਫਿਕਰ ਕਰੋ, ਤੇ ਜੇ ਪਤਾ ਹੀ ਨਹੀਂਗਾ, ਸਾਨੂੰ ਕੀ ਪਤਾ ਕਿ ਅੱਗੇ ਸੁੱਖ ਹੋਊਗਾ ਜਾਂ ਦੁੱਖ ਹੋਊਗਾ। ਇਸੇ ਕਰਕੇ ਜਿਵੇਂ ਮੈਂ ਬੇਨਤੀ ਕੀਤੀ ਨਾ, ਭਜਨ ਬੰਦਗੀ ਦੇ ਨਾਲ ਆਪਣੇ ਆਪ ਨੂੰ ਇੰਨਾ ਤਾਕਤਵਰ ਬਣਾਓ ਕਿ ਭਾਵੇਂ ਦੁੱਖ ਹੋਵੇ ਸੁੱਖ ਹੋਵੇ, ਸਾਡਾ ਮਨ ਨਾ ਡੋਲੇ। ਇਹ ਚੀਜ਼ਾਂ ਸਾਡੇ ਵੱਸ ਵਿੱਚ ਨਹੀਂ ਗਈਆਂ। ਹੁਣ ਮੈਨੂੰ ਗਰਮੀ ਨਹੀਂ ਚੰਗੀ ਲੱਗਦੀ, ਹੁਣ ਕੀ ਮੌਸਮ ਮੇਰੇ ਵਾਸਤੇ ਬਦਲ ਜੂਗਾ ਜੇ ਮੈਂ ਬੇਟਾ ਰੋਣਾ ਚਲਾਣਾ ਸ਼ੁਰੂ ਕਰਤਾ? ਮੈਨੂੰ ਆਪਣੇ ਆਪ ਨੂੰ ਸੰਭਾਲਣਾ ਪਊਗਾ ਨਾ। ਗਰਮੀ ਹੋਵੇ ਮੈਂ ਪੱਖੇ ਦੇ ਨੀਚੇ ਬਹਿ ਜਾ, ਸਰਦੀ ਹੋਵੇ ਮੈਂ ਗਰਮ ਕੱਪੜੇ ਪਾ ਲਾਂ। ਸੋ ਇਹ ਜੇ ਆਪਾਂ ਸੋਚੀਏ ਕਿ ਦੁਨੀਆ ਦੇ ਕਾਂਟੇ ਆਪਾਂ ਕੱਢ ਸਕਦੇ ਹਾਂ, ਸਾਡੇ ਵੱਸ ਦੀ ਗੱਲ ਨਹੀਂ ਗੀ।
ਮਜ਼ਬੂਤ ਜੁੱਤੇ ਪਾਵਾਂਗੇ, ਕਾਂਟੇ ਨਹੀਂ ਚੁਭਦੇ। ਸੋ ਜੋ ਸਾਡੇ ਵੱਸ ਵਿੱਚ ਹੈ ਕਿ ਬੇਟਾ ਅਸੀਂ ਆਪਣੇ ਆਪ ਨੂੰ ਸੰਭਾਲੀਏ, ਆਪਣੇ ਆਪ ਨੂੰ ਸਹੀ ਰਸਤੇ, ਸਹੀ ਮਾਲਕ ਦੇ ਨਾਲ ਜੋੜੀਏ, ਉਹ ਹਿੰਮਤ ਦੇਊਗਾ, ਆਪਾਂ ਹਰ ਇੱਕ ਚੀਜ਼ ਚੋਂ ਹੱਸਦੇ ਹੱਸਦੇ ਨਿਕਲ ਜਾਵਾਂ। ਹੁਣ ਫਿਕਰ ਦੇ ਨਾਲ ਕੋਈ ਹੱਲ ਮਿਲਦਾ ਹੈ? ਬੋਝ ਵੱਧਦਾ ਹੈ ਤਾਂ ਫਿਰ ਕਾਹਨੂੰ ਫਿਕਰ ਕਰਨਾ? ਮੇਰਾ ਸੈਕਿੰਡ ਕੁਐਸਚਨ ਹੈ ਬਾਬਾ ਜੀ, ਮੇਰੀ ਦੀਦੀ ਦੀ ਮੈਰਿਜ ਹੋਈ ਹੈ ਤੇ ਉਹ ਨੌਨ ਰਾਧਾ ਸਵਾਮੀ ਨੇ, ਤੇ ਦੀਦੀ ਦਾ ਬਹੁਤ ਮਨ ਕਰਦਾ ਇੱਥੇ ਆਉਣ ਦਾ, ਬਟ ਉਹ ਆਉਣ ਨਹੀਂ ਦਿੰਦੇ। ਉਹ ਬਹੁਤ ਪਰੇਸ਼ਾਨ ਰਹਿੰਦੇ ਨੇ, ਉਹ ਕੀ ਕਰਨ? ਬੇਟਾ ਮੈਨੂੰ ਨਹੀਂ ਪਤਾ ਕਿ ਨੌਨ ਰਾਧਾ ਸਵਾਮੀ ਕੌਣ ਹੁੰਦਾ ਹੈ। ਮਤਲਬ ਉਹ ਆਉਣ ਨਹੀਂ ਦਿੰਦੇ, ਦੀਦੀ ਦਾ ਬਹੁਤ ਮਨ ਕਰਦਾ ਇੱਥੇ ਆਉਣ ਤੇ। ਦੇਖੋ, ਮਹਾਰਾਜ ਜੀ ਨੇ ਆਪਾਂ ਨੂੰ ਆਪਣੇ ਮਜ਼ਹਬਾਂ ਤੋਂ, ਜ਼ਾਤਾਂ ਤੋਂ, ਰੰਗਾਂ ਤੋਂ, ਸਾਰੀਆਂ ਚੀਜ਼ਾਂ ਤੋਂ ਉੱਤੇ ਚੁੱਕਿਆ, ਠੀਕ ਹੈ ਨਾ। ਆਪਾਂ ਉੱਤੇ ਉੱਠ ਕੇ ਇੱਕ ਹੋਰ ਚੀਜ਼ ਬਣਾ ਲਈ ਕਿ ਜੀ ਇਹ ਸਰਸੰਗੀ ਹੈ, ਇਹ ਗੈਰ ਸਰਸੰਗੀ ਹੈ। ਮਾਲਕ ਦੇ ਦਰਬਾਰ 'ਚ ਕੋਈ ਗੈਰ ਨਹੀਂ ਬੇਟਾ, ਸਾਰੇ ਉਹਦੇ ਆਪਣੇ ਹੈ। ਹੁਣ ਜਿਸ ਪਰਿਵਾਰ ਵਿੱਚ ਵੀ ਆਪਾਂ ਗਏ ਹਾਂ, ਠੀਕ ਹੈ, ਉਹ ਚੰਗੇ ਇਨਸਾਨ ਹੋਣੇ ਚਾਹੀਦੇ ਹੈ। ਚੰਗੇ ਇਨਸਾਨ ਹੈ, ਉਹ ਆਪਣੀ ਜ਼ਿੰਮੇਵਾਰੀ ਨਿਭਾਊਗੀ, ਸਾਰਿਆਂ ਨਾਲ ਪ੍ਰੇਮ ਔਰ ਪਿਆਰ ਦੇ ਨਾਲ ਵਰਤਾਵ ਕਰੂਗੀ। ਆਪਣੇ ਆਪ ਉਹ ਕਹਿਣਗੇ ਕਿ ਬੇਟਾ ਅੱਛਾ ਤੂੰ ਜਾਣਾ ਤਾਂ ਹੋਇਆ। ਆਪਾਂ ਇਹ ਨਾ ਦੇਖੀਏ ਕਿ ਉਹਨਾਂ ਦੀ ਕੀ ਜ਼ਿੰਮੇਵਾਰੀ, ਇਹ ਦੇਖੋ ਕਿ ਤੁਹਾਡੀ ਕੀ ਜ਼ਿੰਮੇਵਾਰੀ ਹੈ, ਤੁਸੀਂ ਉਹਨੂੰ ਨਿਭਾਓ। ਔਰ ਜੇ ਉਹ ਨਿਭਾਊਗੀ, ਆਪਣੇ ਆਪ ਉਹ ਕਹਿਣਗੇ ਜ਼ਰੂਰ ਜਾਓ। ਥੈਂਕ ਯੂ ਬਾਬਾ ਜੀ, ਸਭ ਕੁਝ ਦੇਣ ਦੀ, ਨਾਮ ਦੇਣ ਦੀ ਬਖਸ਼ਿਸ਼ ਕਰਨਾ ਬਾਬਾ ਜੀ। ਬਾਬਾ ਜੀ, ਜਦੋਂ ਅਸੀਂ ਬੱਚੇ ਹੁੰਦੇ ਆ ਜੀ, ਗਲਤੀਆਂ ਕਰਦੇ ਆ ਜੀ, ਤੇ ਜਦੋਂ ਅਸੀਂ ਗਲਤੀਆਂ ਤੋਂ ਸਿੱਖ ਕੇ ਸੁਧਾਰ ਕਰਦੇ ਆ ਜੀ, ਉਹ ਮਾਫੀ ਦੇ ਕਾਬਿਲ ਹੋ ਜਾਂਦੇ ਜੀ। ਕਿਆ ਬਾਬਾ ਜੀ? ਬੱਚੇ ਸ਼ੈਤਾਨੀ ਕਰਦੇ ਹੀ ਹੈ ਬੇਟਾ, ਹੈ ਕੋਈ ਇੱਥੇ ਜਿਹਨੇ ਸ਼ੈਤਾਨੀ ਨਾ ਕੀਤੀ ਹੋਵੇ? ਸਾਰੇ ਹੀ ਕਰਦੇ ਆ, ਠੀਕ ਹੈ ਨਾ। ਮਗਰ ਇੱਕ ਬੇਟਾ ਚੀਜ਼ ਹੁੰਦੀ ਹੈ ਕਿ ਆਪਾਂ ਸੋਚੇ ਸਮਝੇ ਬਗੈਰ ਗਲਤੀ ਕਰੀਏ, ਇੱਕ ਸੋਚ ਸਮਝ ਕੇ ਕਰੀਏ ਬੇਟਾ। ਹੁਣ ਜਿਹੜੀ ਬਗੈਰ ਸੋਚੇ ਸਮਝੇ ਹੋਗੀ, ਉਹਦਾ ਤਾਂ ਫਿਰ ਹਲਕਾ ਹੋਊਗਾ ਭਾਰ, ਮਗਰ ਜਿਹੜਾ ਸੋਚ ਸਮਝ ਕੇ ਕਰਾਂਗੇ ਉਹਦਾ ਭਾਰ ਜ਼ਿਆਦਾ ਹੋਊਗਾ ਬੇਟਾ। ਜੀ ਬਾਬਾ ਜੀ। ਬਾਬਾ ਜੀ, ਜਦੋਂ ਤੁਸੀਂ ਦਰਸ਼ਨ ਦੇਣ ਆਉਂਦੇ ਹੋ, ਅਸੀਂ ਸੇਵਾ ਤੇ ਲੱਗੇ ਹੁੰਦੇ ਆ ਜੀ, ਤੇ ਅਸੀਂ ਭੱਜ ਕੇ ਤੁਹਾਡੇ ਵੱਲ ਆਉਂਦੇ ਆ ਜੀ, ਤੇ ਉਹ ਦਰਸ਼ਨ ਮਨਜ਼ੂਰ ਹੁੰਦੇ ਆ ਜੀ। ਬੇਟਾ ਦਰਸ਼ਨ ਦਿੱਤੇ ਜਾਂਦੇ ਆ, ਲਿੱਤੇ ਨਹੀਂ ਜਾਂਦੇ। ਆਪਾਂ ਹਾਲੇ ਤੱਕ ਇਹ ਚੀਜ਼ ਸਮਝ ਨਹੀਂ ਪਾਏ ਬੇਟਾ। ਜਿਹਨੂੰ ਦੇਣੇ ਆ ਨਾ, ਉਹਨੂੰ 7 ਸਮੁੰਦਰ ਪਾਰ ਬੈਠੇ ਨੂੰ ਵੀ ਦੇ ਦੇਣੇ, ਔਰ ਜਿਹਨੂੰ ਨਹੀਂ ਦੇਣੇ, ਸਾਹਮਣੇ ਬੈਠੇ ਨੂੰ ਵੀ ਨਹੀਂ ਦੇਣੇ। ਸੋ ਇਸ ਕਰਕੇ ਬੇਟਾ ਇਹ ਤਾਂ ਅਵਸਥਾ ਹੈ, ਸਾਡੇ ਦਿਲ ਦੀ ਇੱਕ ਅਵਸਥਾ ਹੈ। ਅਸੀਂ ਤਾਂ ਆਪਣਾ ਬਰਤਨ ਸਾਫ਼ ਰੱਖਣਾ ਹੈ। ਜੇ ਸਾਡਾ ਬਰਤਨ ਸਾਫ਼ ਹੋਊਗਾ ਨਾ, ਆਪਣੇ ਆਪ ਹਰ ਇੱਕ ਚੀਜ਼ ਨੂੰ ਸੰਭਾਲ ਸਕਾਂਗੇ। ਬਾਬਾ ਜੀ, ਖੁਸ਼ ਰੱਖਣਾ ਜੀ, ਰਸਤਾ ਦਿਖਾਉਣਾ ਜੀ, ਆਪਣੇ ਨਾਲ ਲੱਗਣ ਦਾ ਜੀ। बाबा जी, क्या आपकी दया मेरे के बगैर हम सिमरन कर सकते हैं? आप क्यों सोचते हैं कि उसकी दया मेहर नहीं होगी? अगर उसने हमें इंसान का जामा बख्शा है, हमारे अंदर रूहानियत की जागृता दी है, हमें नाम के साथ जोड़ा है, तो वो क्यों नहीं चाहेगा बेटा? ना सफलता तो कोई भी नहीं चाहता। तो अगर उसने नाम दिया है, आपकी जिम्मेवारी उठाई है, तो वो क्यों नहीं चाहेगा कि आप सफल हों? बाबा जी, विरह और विराग क्या, विरह और विराग क्या होते हैं? बेटा विरह विराग एक ही चीज है। देखो, मन बहुत ताकतवर है। जब तक मन को किसी चीज की कमी महसूस ना हो, ये कुर्बानी देने के लिए तैयार नहीं होता। तो जब हम सत्संग सुनते हैं, किताबों को पढ़ते हैं, उस चीज़ की कमी महसूस होती है, मन में विरह उठती है, उस विरह की आग में फिर तड़फ आती है बेटा। फिर वो विराग में जाके भजन सिमरन करता है। बाबा जी, आपकी बहुत बहुत कृपा है बाबा जी, ऐसी बनाए रखो बाबा जी। रासन, finally we met. My dream is coming true. I am talking to you. I'm feeling like I'm seeing a dream that I'm talking to you. Baba ji, you know everything. There is nothing that I have to tell you. To everything. You are God. You are my friend. I am share everything with you. Baba ji, I am suffering from last 10 years. I got tired. Please help me. If you will be not help, who will be help me? बेटा देखो, मैं बेनती की ना कि हर एक चीज़ का वक़्त हुंदा, जल्दबाजी ना करो तुसी।
Why should we get tired, beta? Please. There's a long life ahead of us. There's so much we can do, so much to look forward to, beta. So जल्दबाजी ना करिए। आजकल दे बच्चे जल्दबाजी कर जाते हैं बेटा। Please, Papa ji, I got tired. कोई ना, नहीं बेटा, हिम्मत Can't be रखो। more. नहीं, हिम्मत रखो बेटा, हिम्मत रखो। Papa ji, do you love me? बेटा मैं तो I love everybody. If I didn't love all of you, why would I be sitting out here, beta? My parents are very depressed because of my problem. ਕੋਈ ਇਹੋ ਜਿਹੀ ਕਰ ਦੇਂਗੇ ਬੇਟਾ। ਡਿਪਰੈਸ਼ਨ ਦੇ ਨਾਲ ਦੇਖੋ, ਜਿਸ ਤੁਸੀਂ ਪ੍ਰੋਬਲਮ ਦੇ ਉੱਤੇ ਫੋਕਸ ਕਰੋਗੇ ਪ੍ਰੋਬਲਮ ਵੱਧਦੀ ਜਾਊਗੀ, ਸੋਲੂਸ਼ਨ ਉੱਤੇ ਫੋਕਸ ਕਰੋਗੇ ਸੋਲੂਸ਼ਨ ਮਿਲ ਜੂਗੀ ਬੇਟਾ। ਬੜੀ ਸਿੱਧੀ ਜੀ ਗੱਲ ਹੈ। Papa ji, I want to live with you. Please, Papa ji. शुक्र है बाबा जी। बाबा जी, मैं सिंधी में बोलना चाहती हूँ। हाँ जी, सिंधी। क्या? सिंधी हूँ। सिंधी में बोलना चाहते? हाँ बोले। बाबा जी, बिल्कुल सिमरन भजन ते मां कौन वेंदियां, बिल्कुल न, मुझे मन ही नथो लगे बिल्कुल। ये तो किस चीज पे लगता है? एतरी दया करो जो मैं 2.5 लाख देखो, नहीं, ऐसी बात नहीं है। किसी चीज पे तो मन लगता है, किसी चीज पे नहीं लगता। सारा दिन 24 घंटे में क्या करती हैं आप? किसी चीज पे तो ध्यान लगता होगा। अब वो क्या साथ जाएंगी आपके? और जो चीज साथ जाएगी उसके लिए हम कहते हैं मन नहीं लगता बेटा। ये तो मन को तो हमने लगाना है, किसी और ने तो नहीं लगाना। उसका फायदा नुकसान भी आपका है बेटा। दया करो बाबा जी, सिमरन भजन से मन लगे। नहीं बेटा, दया तो हमने अपने ऊपर करनी है बेटा। हमें कोई समझा सकता है, ठीक है ना, कोई उस सबक को आसान बना सकता है, मगर पढ़ाई तो इंसान ने खुद करनी है ना। तो जब तक हम खुद नहीं करेंगे, बैठेंगे नहीं, आप परखों में मत पड़े। आप कहेंगे मैं तो बैठ के मैं वक़्त दूंगी, ठीक है। ਬਾਬਾ ਜੀ, ਜਦੋਂ ਅਸੀਂ ਸਿਮਰਨ ਕਰਦੇ ਹਾਂ, ਸਿਮਰਨ ਕਰਦੇ ਹੋਏ ਸਾਡਾ ਸਰੀਰ ਇੰਨਾ ਥੱਕ ਜਾਂਦਾ ਹੈ, ਲੇਕਿਨ ਸਾਡਾ ਮਨ ਕਹਿੰਦਾ ਹੈ ਕਿ ਸਿਮਰਨ ਕਰਦੇ ਰਹੋ। ਉਦੋਂ ਅਸੀਂ ਕਿਸੇ ਵੀ ਪੋਸਚਰ ਦੇ ਵਿੱਚ ਚੇਂਜ ਕਰ ਸਕਦੇ ਹਾਂ ਆਪਣੇ ਸਰੀਰ ਨੂੰ, ਜਾਂ ਕੋਈ ਪ੍ਰੈਸਕ੍ਰਾਈਬਡ ਪੋਸਚਰ ਹੈ ਕਿ ਜੇ ਚੇਂਜ ਕਰਨ ਵਾਸਤੇ? ਬੇਟਾ, ਸਰੀਰ ਥੱਕਦਾ ਜੀ, ਆਤਮਾ ਨਹੀਂ ਕਦੇ ਥੱਕ ਸਕਦੀ ਜੀ। ਸਰੀਰ ਥੱਕਦਾ ਕਿਉਂਕਿ ਆਪਾਂ ਨੂੰ ਹੁਣ ਜਿਵੇਂ ਜਿਵੇਂ ਅੱਗੇ ਵੱਧਦੇ ਆ ਉਮਰਾਂ ਦੇ ਨਾਲ ਬੇਟਾ, ਕੋਈ ਬਿਮਾਰੀ ਹੋ ਜੇ, ਕਦੇ ਲੱਤ ਦਰਦ ਕਰਦੀ ਹੈ, ਕਦੇ ਇਹ ਚੀਜ਼ਾਂ ਦਰਦ ਕਰਦੀ ਹੈ, ਮਗਰ ਜਿਸ ਵਕਤ ਭਜਨ ਸਿਮਰਨ ਬਣਨ ਲੱਗ ਪਿਆ ਨਾ, ਫਿਰ ਪਤਾ ਹੀ ਨਹੀਂ ਚੱਲਣਾ। ਨਾ ਵਕਤ ਦਾ ਪਤਾ ਚੱਲਣਾ ਹੈ, ਨਾ ਇਹ ਪੀੜਾਂ ਦਾ ਪਤਾ ਚੱਲਣਾ। ਤੇ ਚੇਂਜ ਕਰ ਸਕਦੇ ਹਾਂ ਬਾਬਾ ਜੀ ਆਪਾਂ? ਹਾਂ, ਕਰ ਸਕਦੇ। ਬਾਬਾ ਜੀ, ਮੇਰਾ ਦੂਸਰਾ ਸਵਾਲ ਹੈ ਕਿ ਸਵਾਰਥ ਤੋਂ ਬਗੈਰ ਕਿਆ ਅਸੀਂ ਪਰਮਾਰਥ ਦੇ ਵਿੱਚ ਅੱਗੇ ਵੱਧ ਸਕਦੇ ਹਾਂ? ਬੇਟਾ ਦੇਖੋ, ਇੱਕ ਚੀਜ਼ ਤਾਂ ਲਕਸ਼ ਹੈ, ਦੂਜਾ ਪ੍ਰੈਕਟੀਕਲ ਹੈ। ਲਕਸ਼ ਇਹ ਹੋਣਾ ਚਾਹੀਦਾ ਕਿ ਸਾਨੂੰ ਕਦੇ ਵੀ ਕੋਈ ਸਵਾਰਥ ਨਹੀਂ ਹੋਣਾ ਚਾਹੀਦਾ, ਕੋਈ ਸਾਡੀ ਮੰਗ ਨਹੀਂ ਹੋਣੀ ਚਾਹੀਦੀ, ਕੁਛ ਨਹੀਂ ਹੋਣਾ ਚਾਹੀਦਾ। ਮਗਰ ਦੂਜੇ ਪਾਸੇ ਦੇਖੀਏ, ਹਰੇਕ ਚੀਜ਼ ਹੀ ਮੰਗ ਦੇ ਨਾਲ ਸ਼ੁਰੂ ਹੁੰਦੀ ਹੈ ਬੇਟਾ, ਠੀਕ ਹੈ ਨਾ। ਮਾਲਕ ਦੀ ਵੀ ਜਿਹੜੀ ਮੰਗ ਹੈ ਉਹ ਵੀ ਇੱਕ ਮੰਗ ਹੀ ਹੈ, ਪਰਮਾਰਥ ਦੀ ਉਹ ਵੀ ਮੰਗ ਹੀ ਹੈ। ਸੋ ਆਪਾਂ ਉਸ ਮੰਗ ਨੂੰ ਉਹਨੂੰ ਚੈਨਲਾਈਜ਼ ਕਰਨਾ ਕਿ ਉਹ ਚੀਜ਼ਾਂ ਮੰਗੀਏ ਜਿਹੜੀਆਂ ਸਾਨੂੰ ਮਾਲਕ ਦੀ ਤਰਫ ਲੈ ਕੇ ਜਾਣ, ਬਜਾਏ ਦੇ ਕੇ ਪੈਰਾਂ ਵਿੱਚ ਆ ਕੇ ਬੇੜੀਆਂ ਪੈ ਜਾਣ ਜੀ। ਤਾਂ ਆਹਿਸਤਾ ਆਹਿਸਤਾ ਆਪਾਂ ਉਸ ਅਵਸਥਾ ਵਿੱਚ ਪਹੁੰਚਾਂਗੇ ਜਿੱਥੇ ਇਨਸਾਨ ਜੋ ਵੀ ਕਦਮ ਚੁੱਕੂਗਾ, ਕਿਉਂਕਿ ਉਹਨੇ ਕਰਨਾ ਹੈ ਬਜਾਏ ਦੇ ਕੇ ਗਿਣਤੀ ਵਿੱਚ ਲਿਆ ਕੇ। ਲੇਕਿਨ ਬਾਬਾ ਜੀ, ਜਦੋਂ ਅਸੀਂ ਸਵਾਰਥ ਦੇ ਵਿੱਚ ਕੁਝ ਘਟ ਜਾਂਦੇ ਹਾਂ, ਲੇਕਿਨ ਸਾਡਾ ਪਰਿਵਾਰ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਪਾਉਂਦਾ, ਤੇ ਉਦੋਂ ਫਿਰ ਆਪਣੇ ਆਪ ਦੇ ਵਿੱਚ ਇੰਨੀ ਫਰਸਟ੍ਰੇਸ਼ਨ ਹੋ ਜਾਂਦੀ ਹੈ ਕਿ ਅਸੀਂ ਆਪਣੇ ਪਰਮਾਰਥ ਤੋਂ ਬਹੁਤ ਜ਼ਿਆਦਾ ਦੂਰ ਹੋਣਾ ਸ਼ੁਰੂ ਹੋ ਜਾਂਦੇ ਹਾਂ। ਬੇਟਾ ਦੇਖੋ, ਹੁਣ ਸਾਰਿਆਂ ਦੀ ਸੋਚ ਤਾਂ ਆਪਾਂ ਬਦਲ ਨਹੀਂ ਸਕਦੇ, ਹਰੇਕ ਦੀ ਆਪਣੀ ਆਪਣੀ ਸੋਚ ਹੈ ਬੇਟਾ। ਪਰਿਵਾਰ ਦੇ ਜੀ ਸਾਰਿਆਂ ਚਾਰਾਂ ਦੀ ਤਾਂ ਸੋਚ ਇੱਕੋ ਜਿਹੀ ਨਹੀਂ ਨਾ ਹੋ ਸਕਦੀ। ਸੋ ਇੱਕ ਥੋੜ੍ਹਾ ਜਿਹਾ ਜ਼ਿੰਦਗੀ 'ਚ ਥੋੜ੍ਹਾ ਜਿਹਾ ਬੈਲੈਂਸ ਰੱਖਣਾ ਚਾਹੀਦਾ ਬੇਟਾ। ਬੈਲੈਂਸ ਰੱਖਾਂਗੇ, ਘਰ ਵਿੱਚ ਮਾਹੌਲ ਠੀਕ ਰਹੂਗਾ। ਜੇ ਬੈਲੈਂਸ ਖਰਾਬ ਹੋ ਗਿਆ, ਘਰ 'ਚ ਮਾਹੌਲ ਵਿਗੜ ਗਿਆ, ਤਾਂ ਭਜਨ ਸਿਮਰਨ ਵੀ ਨਹੀਂ ਹੋਣਾ ਫਿਰ ਬੇਟਾ। ਥੋੜ੍ਹਾ ਜਿਹਾ ਬੈਲੈਂਸ ਰੱਖ ਕੇ ਚੱਲੀਏ ਬੇਟਾ। ਉਹ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ ਬਾਬਾ ਜੀ? ਬੈਲੈਂਸ ਕਿਸ ਤਰ੍ਹਾਂ ਬਣਾਈਏ? ਕੋਈ ਫਰਸਟ੍ਰੇਸ਼ਨ ਇੰਨੀ ਵੱਧ ਜਾਂਦੀ ਹੈ, ਬੈਲੈਂਸ ਬਣਦਾ ਹੀ ਨਹੀਂ ਹੈਗਾ। ਨਹੀਂ ਬੇਟਾ ਦੇਖੋ, ਮੈਂ ਬੇਨਤੀ ਕੀਤੀ ਨਾ ਕਿ ਕਦੇ ਆਪਣੀ ਮਨਾ ਲਈ, ਕਦੇ ਦੂਜਿਆਂ ਦੀ ਸੁਣ ਲਈ ਬੇਟਾ। ਜੀ, ਗਲਤ ਕੰਮ ਨਾ ਕਰੋ, ਮਗਰ ਪਰਿਵਾਰ ਨੂੰ ਨਾਲ ਲੈ ਕੇ ਚੱਲੋ।
ठीक है बाबा जी, परिवार के उत्ते दया बना के रखो। आसन बाबा जी मेरे को बहुत सारियां गलतियां हुई, मैं बाबा जी जानबूझ के विच भी गलतियां कीतियां, बाबा जी मैं उन्होंने माफ़ी चाਹੁੰਦਾ। ਬੇਟੇ ਮਾਫੀ ਹੈ ਕਿ ਆਪਾਂ ਅੱਗੇ ਨਾ ਦੁਹਰਾਈਏ, ਠੀਕ ਹੈ ਨਾ। ਹੁਣ ਜੋ ਹੋ ਗਿਆ ਉਹ ਤਾਂ ਹੋ ਗਿਆ, ਅੱਗੇ ਤੁਸੀਂ ਸੋਚ ਸਮਝ ਕੇ ਚੱਲੋ ਬੇਟਾ। ਸਿੱਖੋ, ਜ਼ਿੰਦਗੀ ਦਿੱਤੀ ਹੈ ਸਿੱਖਣ ਵਾਸਤੇ। ਜੇ ਆਪਾਂ ਜ਼ਿੰਦਗੀ ਤੋਂ ਸਿੱਖ ਕੇ ਸਹੀ ਰਸਤੇ ਨੂੰ ਅਪਣਾਵਾਂਗੇ ਉਹਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ। ਬਾਬਾ ਜੀ ਮੈਂ ਆਪਣੀ ਮੰਮੀ ਪਾਪਾ ਦਾ ਦਿਲ ਬਹੁਤ ਹਰਟ ਕੀਤਾ ਬਾਬਾ ਜੀ, ਮੈਂ ਹਾਰ ਮੰਨੀ। ਨਹੀਂ ਪਰ ਹੁਣ ਮੌਕਾ ਮਿਲਿਆ ਆਪਾਂ ਨੂੰ, ਆਪਾਂ ਜੇ ਪੈਰਾਂ ਦੇ ਉੱਤੇ ਖੜੇ ਹੋ ਕੇ ਉਹਨਾਂ ਦੀ ਸੇਵਾ ਵਿੱਚ ਲੱਗਾਂਗੇ, ਪੁਰਾਣੀਆਂ ਗੱਲਾਂ ਦੇ ਉੱਤੇ ਆਪਣੇ ਆਪ ਫਿਰ ਪਰਦਾ ਪੈ ਜਾਊਗਾ ਬੇਟਾ। ਬਾਬਾ ਜੀ ਮੈਂ +2 ਵਿੱਚ ਸਟੱਡੀ ਕਰ ਰਿਹਾ ਬਾਬਾ ਜੀ, ਮੈਨੂੰ 2 ਵਾਰੀ ਚਾਂਸ ਮਿਲੇ ਬਾਬਾ, ਮੈਂ ਦੋਵੇਂ ਵਾਰੀ ਰਹਿ ਗਿਆ ਬਾਬਾ ਜੀ, ਇਹ ਮੇਰੇ ਕੋਲ ਲਾਸਟ ਚਾਂਸ ਹੈ, ਆਪਣੇ ਦਇਆ ਮੇਰੇ ਬਣਾ ਕੇ ਰੱਖਿਆ ਬਾਬਾ ਜੀ। ਬੇਟਾ ਹੁਣ ਆਪਾਂ ਧਿਆਨ ਦੇਵਾਂਗੇ, ਪੜ੍ਹਾਈ ਕਰਾਂਗੇ ਤਾਂ ਕੰਮ ਚੱਲੂਗਾ ਨਾ ਬੇਟਾ। ਕੋਈ ਮਿਹਨਤ ਕਰੋ। ਠੀਕ ਹੈ ਬਾਬਾ ਜੀ, ਜੇ